सत श्री अकाल। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। मैं ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਅਲ एस्टेट ਬ੍ਰੋਕਰ ਮੋਹਨ ਚੀਮਾ। ਰੀਅਲ एस्टेट ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਹੁਣ ਪੇਸ਼ ਖਿਦਮਤ ਨੇ ਚੋਣਵੀਆਂ ਖਬਰਾਂ। ਗਲਾਸਗੋ 'ਚ ਅਮਰੀਕੀ ਸੰਸਦ ਮੈਂਬਰਾਂ ਨੇ ਬਾਈਡਨ ਦੇ ਸ਼ਾਸਨ 'ਚ ਜਲਵਾਯੂ ਖੇਤਰ 'ਚ ਪ੍ਰਗਤੀ ਦੀ ਦਿੱਤੀ ਜਾਣਕਾਰੀ। ਹੁਣ 2025 'ਚ ਪੁਲਾੜ ਯਾਤਰੀਆਂ ਨੂੰ ਫਿਰ ਚੰਦ ਤੇ ਭੇਜੇਗਾ ਨਾਸਾ। ਸਪੇਸ ਐਕਸ ਨਾਲ ਮੁਕੱਦਮੇਬਾਜ਼ੀ ਕਾਰਨ ਮਿਸ਼ਨ ਟਲਿਆ। ਸੰਵੇਦਨਸ਼ੀਲ ਵਿਗਿਆਪਨਾਂ ਤੇ ਵੀ ਫੇਸਬੁੱਕ ਦੀ ਹੋਵੇਗੀ ਨਜ਼ਰ। ਐਡ ਟਾਰਗੇਟਿੰਗ ਆਪਸ਼ਨ ਨੂੰ ਖਤਮ ਕਰੇਗਾ ਮੇਟਾ। 2040 ਤੱਕ ਪ੍ਰਦੂਸ਼ਣਕਾਰੀ ਵਾਹਨਾਂ ਤੋਂ ਮੁਕਤੀ ਦਾ ਅਹਿਦ। ਗਲਾਸਗੋ 'ਚ ਭਾਰਤ ਬਣਿਆ ਆਗੂ। ਸਾਰੇ ਦੇਸ਼ ਤੇ ਕੰਪਨੀਆਂ ਵੀ ਹੋਈਆਂ ਇਕੱਠੀਆਂ। ਸਰਬੱਤ ਦਾ ਭਲਾ ਟਰਸਟ ਜ਼ਿਲ੍ਹਾ ਪੱਧਰ ਤੇ ਖੋਲੇਗਾ ਸਪੈਸ਼ਲ ਬੱਚਿਆਂ ਲਈ ਸਕੂਲ। ਡਾਕਟਰ ਓਬਰਾਏ। ਸ਼੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਚ ਬਣਨਗੀਆਂ ਸਿਰਫ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ। ਹੁਣ ਖਬਰਾਂ ਦਾ ਵਿਸਥਾਰ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ 555 ਅਰਬ ਡਾਲਰ ਬਾਰੇ ਜਲਵਾਯੂ ਬਿੱਲ ਨੂੰ ਪਾਸ ਹੋਣ 'ਚ ਕਾਂਗਰਸ 'ਚ ਰੁਕਾਵਟ ਦੇ ਬਾਵਜੂਦ ਅਮਰੀਕਾ ਦੇ ਹਾਊਸ ਡੈਮੋਕ੍ਰੇਟਸ ਨੇ ਬੁੱਧਵਾਰ ਨੂੰ ਕਿਹਾ ਕਿ ਬਾਈਡਨ ਪ੍ਰਸ਼ਾਸਨ ਅਤੇ ਸੰਸਦ ਜਲਵਾਯੂ ਤੇ ਹਰੇਕ ਤਰ੍ਹਾਂ ਨਾਲ ਪ੍ਰਗਤੀ ਕਰ ਰਹੇ ਨੇ। ਸੰਸਦ 'ਚ ਸਪੀਕਰ ਨੈਂਸੀ ਪੋਲੇਸੀ ਦੀ ਅਗਵਾਈ 'ਚ ਅਮਰੀਕੀ ਕਾਂਗਰਸ ਦੇ ਇੱਕ ਪ੍ਰਤੀਨਿਧੀ ਮੰਡਲ ਦੇ ਮੈਂਬਰਾਂ ਨੇ ਗਲਾਸਗੋ ਸਕਾਟਲੈਂਡ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਗੱਲਬਾਤ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਕੋਲੇ ਨਾਲ ਭਰਪੂਰ ਅਮਰੀਕੀ ਸੂਬੇ ਦੇ ਡੈਮੋਕ੍ਰੈਟਿਕ ਸੈਨੇਟਰ ਨੇ ਬਾਈਡਨ ਦੇ ਸਵੱਛ ਇੰਧਨ ਦੀਆਂ ਕਈ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ। ਉੱਥੇ ਡੈਮੋਕ੍ਰੇਟਾਂ ਨੂੰ ਬਾਈਡਨ ਦੇ ਮੁੱਖ ਜਲਵਾਯੂ ਬਿੱਲ ਨੂੰ ਪਾਸ ਕਰਵਾਉਣ ਲਈ ਲੰਮੇ ਸਮੇਂ ਤੱਕ ਮਸ਼ੱਕਤ ਕਰਨੀ ਪਈ ਹੈ। ਅਮਰੀਕਾ ਨੇ ਜਲਵਾਯੂ ਸੰਮੇਲਨ 'ਚ ਕੁਝ ਹੋਰ ਦੇਸ਼ਾਂ ਨਾਲ ਕੋਲੇ ਵਰਗੇ ਜੈਵਿਕ ਇੰਧਨ ਲਈ ਵਿਦੇਸ਼ਾਂ ਤੋਂ ਵਿੱਤੀ ਪੋਸ਼ਣ ਨੂੰ ਪੜਾਅਬੰਦ ਤਰੀਕੇ ਨਾਲ ਖਤਮ ਕਰਨ ਦੇ ਹੋਕ ਕੁਝ ਦੇਸ਼ਾਂ ਦੇ ਸੰਕਲਪਾਂ ਨੂੰ ਸਮਰੱਥ ਜਤਾਇਆ, ਪਰ ਕੋਲੇ ਨੂੰ ਛੱਡਣ ਦਾ ਸੰਕਲਪ ਲੈਣ ਵਾਲੇ ਦੇਸ਼ਾਂ ਨਾਲ ਸਮਝੌਤੇ ਤੋਂ ਇਨਕਾਰ ਕੀਤਾ ਹੈ। ਕੈਲੀਫੋਰਨੀਆ ਦੇ ਸੰਸਦ ਮੈਂਬਰ ਜੋਇਰਡ ਹੈਫਮੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਤਰ੍ਹਾਂ ਦੇ ਤਰੀਕੇ ਅਪਣਾ ਸਕਣ, ਪਰ ਸਿਰਫ ਇਹਨਾਂ ਰਾਜਨੀਤੀ ਅੜਚਨਾਂ ਕਾਰਨ ਹੱਥ ਖੜਾ ਕਰ ਦੇਣ ਅਤੇ ਕਾਰਵਾਈ ਨਾ ਕਰਨ ਦੀਆਂ ਅਸੀਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਕਾਰਵਾਈ ਕਰਨ ਦੇ ਰਸਤੇ ਲੱਭ ਰਹੇ ਹਾਂ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਦੇਸ਼ ਦੇ ਪੁਲਾੜ ਯਾਤਰੀਆਂ ਨੂੰ ਇੱਕ ਵਾਰ ਫਿਰ ਚੰਦ ਤੇ ਭੇਜਣ ਸੰਬੰਧੀ ਮਿਸ਼ਨ ਦੀ ਸਮਾਂ ਹੱਦ 1 ਸਾਲ ਲਈ ਹੋਰ ਵਧਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਮਿਸ਼ਨ ਨੂੰ ਸਾਲ 2024 'ਚ ਲਾਂਚ ਕਰਨ ਦਾ ਫੈਸਲਾ ਕੀਤਾ ਗਿਆ ਸੀ। ਫਲੋਰੀਡਾ ਦੇ ਸਾਬਕਾ ਸੈਨੇਟਰ ਤੇ ਸਾਲ ਦੇ ਸ਼ੁਰੂ 'ਚ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਨਿਯੁਕਤ ਕੀਤੇ ਗਏ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ ਕਿ ਸਾਲ 2025 'ਚ ਕੁਝ ਸਮਾਂ ਲੱਗ ਸਕਦਾ ਹੈ। ਉਹਨਾਂ ਨੇ ਪ੍ਰੋਜੈਕਟ 'ਚ ਦੇਰੀ ਲਈ ਮੂਨ ਲੈਂਡਰ ਲਈ ਸਪੇਸ ਐਕਸ ਨਾਲ ਚੱਲੀ ਮੁਕੱਦਮੇਬਾਜ਼ੀ ਤੇ ਨਾਸਾ ਦੇ ਕੈਪਸੂਲ ਓਰੀਅਨ ਦੇ ਨਿਰਮਾਣ 'ਚ ਦੇਰੀ ਨੂੰ ਜ਼ਿੰਮੇਵਾਰ ਦੱਸਿਆ। ਨੈਲਸਨ ਨੇ ਕਿਹਾ ਕਿ ਅਸੀਂ ਮੁਕੱਦਮੇਬਾਜ਼ੀ 'ਚ ਕਰੀਬ 7 ਮਹੀਨੇ ਖਰਾਬ ਕਰ ਚੁੱਕੇ ਹਾਂ। ਇਸ ਕਾਰਨ ਮੁਹਿੰਮ ਨੂੰ ਸਾਲ 2025 ਤੋਂ ਪਹਿਲਾਂ ਲਾਂਚ ਨਹੀਂ ਕੀਤਾ ਜਾ ਸਕਦਾ। ਸਾਨੂੰ ਸਪੇਸ ਐਕਸ ਨਾਲ ਵਿਸਥਾਰਤ ਗੱਲ ਕਰਨੀ ਪਏਗੀ ਤਾਂ ਜੋ ਅਸੀਂ ਸਪਸ਼ਟ ਸਮਾਂ ਹੱਦ ਤੈਅ ਕਰ ਸਕੀਏ। 2040 ਤੱਕ ਪ੍ਰਦੂਸ਼ਣਕਾਰੀ ਵਾਹਨਾਂ ਤੋਂ ਮੁਕਤੀ ਦਾ ਅਹਿਦ। ਗਲਾਸਗੋ 'ਚ ਭਾਰਤ ਬਣਿਆ ਆਗੂ। ਸਾਰੇ ਦੇਸ਼ ਤੇ ਕੰਪਨੀਆਂ ਵੀ ਹੋਈਆਂ ਇਕੱਠੀਆਂ। ਦਸੰਬਰ 2022 'ਚ ਪਿਛਲੇ ਪੁਲਾੜ ਯਾਤਰੀ ਵੱਲੋਂ ਚੰਦ ਤੇ ਕਦਮ ਰੱਖੇ ਜਾਣ ਦੇ 50 ਸਾਲ ਪੂਰੇ ਹੋ ਜਾਣਗੇ। ਸਾਲ 1972 'ਚ ਅਪੋਲੋ 17 ਮਿਸ਼ਨ ਦੀ ਵਾਪਸੀ ਤੋਂ ਬਾਅਦ ਨਾਸਾ ਨੇ ਦੂਜੇ ਟੀਚਿਆਂ ਤੇ ਧਿਆਨ ਕੇਂਦਰਿਤ ਕਰ ਲਿਆ ਸੀ, ਪਰ ਵਿੱਚ ਮੂਨ ਮਿਸ਼ਨ ਤੇ ਚਰਚਾ ਹੁੰਦੀ ਰਹੀ। ਟਰੰਪ ਸ਼ਾਸਨ ਦੌਰਾਨ ਵੀ ਮੂਨ ਮਿਸ਼ਨ ਚਰਚਾਵਾਂ 'ਚ ਰਿਹਾ। ਪਿਛਲੇ ਕਰੀਬ 50 ਸਾਲਾਂ 'ਚ ਸਾਲ 2019 'ਚ ਪਹਿਲੀ ਵਾਰ ਤਤਕਾਲੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਅਮਰੀਕੀ ਪੁਲਾੜ ਯਾਤਰੀਆਂ ਨੂੰ ਚੰਦ ਤੇ ਭੇਜੇ ਜਾਣ ਦੀ ਯੋਜਨਾ ਤੋਂ ਪਰਦਾ ਚੁੱਕਦੇ ਹੋਏ ਇਸ ਲਈ ਸਾਲ 2024 ਦੀ ਸੀਮਾ ਹੱਦ ਤੈਅ ਕੀਤੇ ਜਾਣ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਸੀ ਕਿ ਇਹ ਨਵਾਂ ਮਿਸ਼ਨ ਨਾਸਾ ਦੇ ਕਈ ਲੋਕਾਂ ਸਮੇਤ ਪੁਲਾੜ ਸਨਅਤ ਨੂੰ ਹੈਰਾਨ ਕਰ ਦੇਣ ਵਾਲਾ ਪਰ ਬਹੁਤ ਜ਼ਰੂਰੀ ਹੈ। ਮਿਸ਼ਨ 'ਚ ਅਮਰੀਕਾ ਦੀ ਪਹਿਲੀ ਮਹਿਲਾ ਤੇ ਅਗਲੇ ਮਰਦ ਪੁਲਾੜ ਯਾਤਰੀ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਜ਼ਰੀਏ ਅਮਰੀਕਾ ਇਹ ਸਾਬਿਤ ਕਰਨਾ ਚਾਹੁੰਦਾ ਸੀ ਕਿ ਉਹ ਪਿਛਲੀ ਸਦੀ ਦੇ 6ਵੇਂ ਦਹਾਕੇ ਵਾਂਗ ਅੱਜ ਵੀ ਪੁਲਾੜ ਦੀ ਦੌੜ 'ਚ ਹੈ। ਇਸ ਦਾ ਸੰਦਰਭ ਚੀਨ ਨਾਲ ਸੀ, ਜਿਸ ਨੇ ਸਾਲ 2030 'ਚ ਚੰਦ ਤੇ ਮਨੁੱਖੀ ਮਿਸ਼ਨ ਭੇਜਣ ਦਾ ਐਲਾਨ ਕੀਤਾ ਹੈ। ਇੰਟਰਨੈਟ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮੂਲ ਕੰਪਨੀ ਮੇਟਾ 19 ਜਨਵਰੀ ਤੋਂ ਸਿਹਤ, ਨਸਲ ਜਾਂ ਜਾਤੀ, ਰਾਜਨੀਤਿਕ ਮਾਨਤਾ, ਧਰਮ ਜਾਂ ਜਿਨਸੀ ਮਾਮਲਿਆਂ ਨਾਲ ਸੰਬੰਧਿਤ ਸੰਵੇਦਨਸ਼ੀਲ ਐਡ ਟਾਰਗੇਟਿੰਗ ਆਪਸ਼ਨ ਕਿਸੇ ਨੂੰ ਟੀਚਾ ਬਣਾ ਕੇ ਵਿਗਿਆਪਨ ਦੇਣ ਦਾ ਵਿਕਲਪ ਨੂੰ ਖਤਮ ਕਰ ਦੇਵੇਗਾ।
वर्तमान च विज्ञापन दाता उन्हां लोकां नूं टारगेट कर सकते हैं जिन्हां ने इन्हां विषयां नाल संबंधित मुद्दिआं, हस्तियां जां संगठनां च रुचि दिखाई है। इस बारे च जानकारी कंपनी दे फेसबुक, इंस्टाग्राम जां होर प्लेटफॉर्मां ते यूजर्स दीआं गतिविधियां नूं ट्रैक करन लई मिलदी है। उदाहरण दे तौर ते जे कोई समलिंगी विआह च रुचि दिखाउंदा है तां उस नूं समलिंगी विआह दा समर्थन करन वाले संगठनां दे विज्ञापन दिखाया जा सकदा है, पर इन्हां श्रेणियां दी दुरवरतों भी कीती जा सकदी है। इस लई रेगूलेटरां ते लोकां दा मेटा पहला फेसबुक ते अपने प्लेटफॉर्मां नूं इस दुरवरतों ते गलत जानकारियां तो छुटकारा पाउण लई दबाव बनाया गया है। मेटा प्लेटफॉर्मां इंक ने मंगलवार ਨੂੰ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਇਹ ਫੈਸਲਾ ਆਸਾਨ ਨਹੀਂ ਸੀ ਤੇ ਅਸੀਂ ਜਾਣਦੇ ਹਾਂ ਕਿ ਇਹ ਬਦਲਾਅ ਕੁਝ ਕਾਰੋਬਾਰੀਆਂ ਤੇ ਸੰਗਠਨਾਂ ਤੇ ਉਲਟ ਪ੍ਰਭਾਵ ਪਾ ਸਕਦਾ ਹੈ। ਕਾਰਬਨ ਨਿਕਾਸੀ ਘੱਟ ਕਰਨ ਲਈ ਭਾਰਤ ਦੀ ਮੌਜੂਦਗੀ ਵਾਲੇ ਦੇਸ਼ਾਂ ਦੇ ਸਮੂਹ ਸ਼ਹਿਰਾਂ ਤੇ ਕਾਰ ਨਿਰਮਾਤਾਵਾਂ ਨੇ 2040 ਤੱਕ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਤੇ ਹੋਰ ਵਾਹਨਾਂ ਦਾ ਨਿਰਮਾਣ ਬੰਦ ਕਰਨ ਦਾ ਸੰਕਲਪ ਲਿਆ ਹੈ। ਪਰ ਦੋ ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਟੋਯੋਟਾ ਮੋਟਰ ਕਾਰਪ ਤੇ ਫੌਕਸਵੈਗਨ ਏਜੀ ਨੇ ਇਸ ਅਹਿਦ ਪੱਤਰ ਤੇ ਹਸਤਾਖਰ ਨਹੀਂ ਕੀਤੇ। ਇਸੇ ਤਰ੍ਹਾਂ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਚੀਨ ਤੇ ਅਮਰੀਕਾ ਇਸ ਅਹਿਦ ਤੋਂ ਫਿਲਹਾਲ ਦੂਰ ਨੇ। ਇਹ ਦੋਵੇਂ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਕਾਰ ਬਾਜ਼ਾਰ ਵੀ ਨੇ। ਇਹਨਾਂ ਦੇ ਨਾਲ ਹੀ ਜਰਮਨੀ ਨੇ ਵੀ ਅਹਿਦ ਪੱਤਰ ਤੇ ਹਸਤਾਖਰ ਨਹੀਂ ਕੀਤੇ। ਜ਼ਿਕਰਯੋਗ ਹੈ ਕਿ ਅਮਰੀਕਾ, ਚੀਨ ਤੇ ਜਰਮਨੀ ਦੁਨੀਆ ਦੀਆਂ ਸਭ ਤੋਂ ਵੱਡੀਆਂ अर्थ व्यवस्थावां ने कार ते वैन तो निकलण वाले नुकसानदायी धुएं तो दुनिया नूं मुक्त बनाउण च ग्लासगो ऐलाननामा अहम भूमिका अदा कर सकता है। स्कॉटलैंड के ग्लासगो शहर च वातावरण सुधार दीआं लगातार चर्चावां तो बाद वधेरे कार्बन निकासी करन वाले वाहनां नूं सड़कां तो हटाउण ते घट कार्बन निकासी वाले वाहनां दी गिणती वधाउण ते सहमति बनी। इस प्रक्रिया च 2035 च सिफर कार्बन निकासी वाले वाहनां दा बाजार च कब्जा हो जाएगा। अहदनामे ते वड्डियां कारां निर्माता कंपनियां फोर्ड ते जनरल मोटर्स ने हस्ताक्षर कीते ने। इन्हां तो इलावा वाहन निर्माता कंपनी वोल्वो, मर्सिडीज बेंच, चीन दी YED कंपनी लिमिटेड ते टाटा समूह दी जैगुआर लैंड रोवर ने 2040 तक कार्बन निकासी घट करन दा अहद लिया है। दुनिया च प्रदूषण फैलाउण वाले तीजे सब तो प्रमुख देश भारत ने भी अहदनामे ते हस्ताक्षर कर दिते ने। दुनिया की दूजी सब तो वड्डी आबादी वाले भारत विच वड्डी गिणती च कार ते वैन खरीदी जाती है। अहद लैण वालियां च लीजअप लॉन कंपनी भी शामिल है। ये कंपनी 30 देशों च कॉरपोरेट सैक्टर नूं करीब 17 लाख वाहनों की सेवा देती है। अहदनामे ते हस्ताक्षर करने वाले होर प्रमुख देशों च बरतानिया, पोलैंड, न्यूजीलैंड आदि ने। दक्षिणी कोरिया की राजधानी सियोल ते ब्राजील के साओ पाओलो शहर ने प्रदूषण के खात्मे का अहद लिया है। दुनिया के सारे देशों च कार यात्रा की सहूलियत मुहैया करवाउण वाली कंपनी उबर ने भी अहदनामे ते हस्ताक्षर कीते ने। सरबत दा भला चैरिटेबल ट्रस्ट के मैनेजिंग ट्रस्टी डॉक्टर SP सिंह ओबराय ने कहा है कि ट्रस्ट जिला पद्धर ते स्पैशल बच्चों लई स्कूल खोलेगा जिथे उन्हां दी पढ़ाई दे नाल नाल रहण दा भी प्रबंध किया जाएगा। डॉक्टर ओबराय इत्थे HM स्कूल विच एक NGO वालों स्पैशल बच्चों के करवाए गए एक प्रोग्राम में शामिल होने लई आए सन। उन्होंने कहा कि पंजाब की कुल आबादी का 2% किसी न किसी पक्ष तो कमज़ोर हैं ਅਤੇ ਇਹਨਾਂ ਵਿੱਚ ਜ਼ਿਆਦਾ ਗਿਣਤੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ। ਉਹਨਾਂ ਕਿਹਾ ਕਿ ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਅਜਿਹੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਪਣੀਆਂ ਜ਼ਿਲ੍ਹਾ ਟੀਮਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਉਹ ਇਸ ਵਿਸ਼ੇ ਉੱਪਰ ਕੰਮ ਕਰਨ। ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਟਰਸਟ ਦਸੰਬਰ ਤੱਕ ਲੈਬੋਰੇਟਰੀ ਖੋਲ੍ਹਣ ਦਾ ਟੀਚਾ ਪੂਰਾ ਕਰ ਲਵੇਗਾ ਅਤੇ ਉਸ ਤੋਂ ਬਾਅਦ ਸਸਤੇ ਰੇਟਾਂ ਤੇ ਮੈਡੀਕਲ ਸਟੋਰ ਵੀ ਖੋਲ੍ਹੇਗਾ। इस मौके स्पैशल बच्चों वालों गीत, कोरियोग्राफी ते भाषण भी दिते गए। आखिर विच प्रबंधक वालों डॉक्टर ओबराय ते उन्हां नाल पुजे मेहमानां दा स्वागत किया गया। इस मौके जिला योजना बोर्ड गुरदासपुर डॉक्टर सतनाम सिंह निज्जर, सरनजीत बैंस, सुखजिंदर सिंह प्रधान अमृतसर, गुरबिंदर सिंह बराड़ प्रधान मुक्तसर, हरजिंदर सिंह कतना जिला प्रधान फिरोजपुर, अमरजीत कौर छाबड़ा मीत प्रधान, दविंदर सिंह छाबड़ा मखू, बलविंदर पाल शर्मा, रणजीत सिंह रॉय, विजय कुमार बहल, आशा शर्मा, रवि कुमार,
किरण पेंटर, चंद्र मोहन हांडा, शैली कंबोज ते जगदीश थिंद मौजूद सन। ਸਰਵ ਦੇ ਭਲਾ ਚੈਰੀਟੇਬਲ ਟਰਸਟ ਵੱਲੋਂ ਜਿਹੜੀ ਸਕੀਮ ਚੱਲ ਰਹੀ ਸੀ ਕਿ ਅਸੀਂ 50 ਲੈਬੋਰਟਰੀਜ਼ ਖੋਲ੍ਹਣੀਆਂ ਨੇ, ਸੋ ਉਹਨਾਂ ਵਿੱਚੋਂ ਅੱਜ ਜਿਹੜਾ ਭਰਤਗੜ੍ਹ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਇੱਕ ਲੈਬੋਰਟਰੀ ਖੋਲ੍ਹੀ, ਜਿਸ ਦਾ ਉਦਘਾਟਨ ਜਿਹੜਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਰਾਣਾ KP ਸਿੰਘ ਨੇ ਕੀਤਾ ਜੀ। ਤੇ ਇਸ ਏਰੀਆ ਵਿੱਚ ਸਾਡੀਆਂ ਆਲਰੇਡੀ 6 ਲੈਬੋਰਟਰੀਜ਼ ਚੱਲ ਰਹੀਆਂ ਨੇ ਤੇ ਸ਼੍ਰੀ ਅਨੰਦਪੁਰ ਸਾਹਿਬ ਸਾਡੀ ਇੱਕ ਲੈਬੋਰਟਰੀ ਹੋਰ ਆ ਰਹੀ ਹੈ। ਸੋ ਟੋਟਲ ਸਾਡੀਆਂ ਇਸ ਸਾਲ ਦੇ ਐਂਡ 'ਚ 31 ਦਸੰਬਰ ਤੋਂ ਪਹਿਲਾਂ ਸਾਡੀਆਂ ਜੋ ਅਸੀਂ 50 ਲੈਬੋਰਟਰੀਆਂ ਦਾ ਇੱਕ ਫੈਸਲਾ ਕੀਤਾ ਸੀ ਟਰਸਟ ਨੇ, ਸੋ ਉਹ ਸਾਰੀਆਂ ਖੁੱਲ੍ਹ ਜਾਣਗੀਆਂ ਸਾਡੀਆਂ। ਉਸ ਤੋਂ ਬਾਅਦ ਸਾਡਾ ਜਿਹੜਾ ਨੈਕਸਟ ਸਟੈਪ ਹੈਗਾ 10 ਕਰਕੇ ਜਿਹੜੀਆਂ ਅਸੀਂ ਮੈਡੀਕਲ ਸਟੋਰ ਜਿਹੜੇ ਆ ਸਾਡੇ, ਉਹ ਜਿੱਥੇ ਲੈਬੋਰਟਰੀਆਂ ਲੱਗੀਆਂ ਨੇ ਉੱਥੇ ਹੀ ਉਹ ਸ਼ੁਰੂ ਹੋ ਜਾਣਗੇ। ਤੇ ਅਗਲੇ ਮਹੀਨੇ ਸਾਡੀਆਂ 6 ਲੈਬੋਰਟਰੀ ਜਿਹੜੀਆਂ ਨੇ, ਉਹ ਜਿੱਦਾਂ ਰਤੀਆ ਹੋ ਗਿਆ, ਦਾਦੂਵਾਲ ਹੈ, ਚੀਕਾ, ਕਰਨਾਲ, ਪਾਣੀਪਤ ਤੇ ਜਮਨਾ ਨਗਰ, ਸੋ ਇਹ 6 ਲੈਬੋਰਟਰੀ ਸਾਡੀਆਂ ਜਿਹੜੀਆਂ ਹਰਿਆਣੇ ਵਿੱਚ ਵੀ ਖੁੱਲ੍ਹਣ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਅਸੀਂ ਇਸ ਏਰੀਆ ਦੀ ਗੱਲ ਕਰੀਏ ਤਾਂ ਹਿਮਾਚਲ ਸਾਡੀ ਆਲਰੇਡੀ ਨਾਲਾਗੜ੍ਹ ਚੱਲ ਰਹੀ ਹੈ, ਸ਼੍ਰੀ ਗੰਗਾ ਨਗਰ ਰਾਜਸਥਾਨ ਦੇ ਵਿੱਚ ਚੱਲ ਰਹੀ ਹੈ। ਸੋ ਇਹ ਲੈਬੋਰਟਰੀਆਂ ਸਾਰੀਆਂ ਕਰਕੇ ਇਹ ਸਾਡੀਆਂ 50 ਕਰਨ ਤੋਂ ਬਾਅਦ ਫਿਰ ਅਸੀਂ ਇਸ ਤੋਂ ਬਾਅਦ ਅਗਲੀਆਂ 50 ਜਿਹੜੀਆਂ ਉਹ ਵੀ ਕਰਾਂਗੇ, ਕਿਉਂਕਿ ਸਾਡੇ ਕੋਲ 12-13 ਜਿਹੜੀਆਂ ਹੋਰ ਲੈਬੋਰਟਰੀਆਂ ਨਵੀਆਂ ਖੁੱਲ੍ਹਣੀਆਂ ਨੇ, ਉਹਨਾਂ ਦੀ ਲਿਸਟ ਵੀ ਆ ਚੁੱਕੀ ਹੈ। ਤੇ ਇਹ ਸਾਡੇ ਟਰਸਟ ਦੀ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਵੱਧ ਤੋਂ ਵੱਧ ਅਸੀਂ ਜਿਹੜਾ ਪੂਅਰ ਪੇਸ਼ੈਂਟ ਹੈ, ਜਿਹੜਾ ਕਿ ਟੈਸਟ ਨਹੀਂ ਕਰਾ ਸਕਦਾ, ਉਹ ਇਲਾਜ ਕੀ ਕਰਾਊਗਾ। ਸੋ ਉਹਨਾਂ ਦੇ ਟੈਸਟ ਜਿਹੜੇ ਕੁਝ ਫ੍ਰੀ ਕੀਤੇ ਨੇ, ਬਾਕੀ ਜਿਹੜੇ ਅਸੀਂ ਚਾਰਜ ਲੈਂਦੇ ਹਾਂ ਉਹ ਕੋਈ 5 ਰੁਪਏ, ਕੋਈ 10 ਰੁਪਏ, ਕੋਈ 20 ਰੁਪਏ ਜਿਹੜੇ ਇੰਨੇ ਕੁ ਹੈ। ਸੋ 10-12% ਦੇ ਉੱਤੇ ਅਸੀਂ ਕੰਮ ਕਰਦੇ ਹਾਂ। ਸਾਡੀਆਂ ਹੁਣ ਤੱਕ ਤਕਰੀਬਨ ਅਸੀਂ ਡੇਲੀ ਦੀ ਅੱਜ ਕੱਲ੍ਹ ਦੇ ਵਿੱਚ ਸਾਡੀ 4000 ਦੀ ਐਵਰੇਜ ਆ ਰਹੀ ਹੈ ਕਿ 4000 ਪੇਸ਼ੈਂਟ ਸਾਰੀਆਂ ਜਿੰਨੀਆਂ ਵੀ ਲੈਬੋਰਟਰੀਆਂ ਪੰਜਾਬ 'ਚ ਹੈਗੀਆਂ ਜਾਂ ਹਰਿਆਣੇ 'ਚ ਹੈਗੀਆਂ, ਤੋਂ ਇਹਨਾਂ ਤੋਂ ਜਿਹੜਾ ਉਹ ਫਾਇਦਾ ਉਠਾ ਰਿਹਾ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਵਿੱਚ 6ਵੀਂ ਲੈਬੋਰਟਰੀ ਖੋਲ੍ਹੀ ਜਾ ਰਹੀ ਹੈ। ਰੋਪੜ ਜ਼ਿਲ੍ਹੇ ਦੇ ਵਿੱਚ 43ਵੀਂ ਲੈਬੋਰਟਰੀ ਪੰਜਾਬ 'ਚ ਇਸ ਹਿਸਾਬ ਨਾਲ ਖੋਲ੍ਹੀ ਜਾ ਰਹੀ ਹੈ। ਤੇ ਬਹੁਤ ਵੱਡੀ ਉਪਰਾਲਾ ਜੋ ਬਰਾਏ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਕਿ 550 ਸਾਲਵਾਂ ਜਿਹੜਾ ਗੁਰੂ ਗ੍ਰੰਥ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ ਹੈ ਗੁਰਪੁਰਬ, ਉਹਦੇ ਵਿੱਚ ਅਸੀਂ 50 ਲੈਬੋਰਟਰੀਆਂ ਖੋਲ੍ਹਣ ਦਾ ਇਹਨਾਂ ਨੇ ਉਪਰਾਲਾ ਕੀਤਾ, ਜਿਹਦੇ 'ਚ 43ਵੀਂ ਲੈਬੋਰਟਰੀ ਇੱਥੇ ਖੋਲ੍ਹੀ ਗਈ ਹੈ। ਕੀਰਤਪੁਰ ਸਾਹਿਬ ਦਾ ਇਹ ਭਰਤਗੜ੍ਹ ਇਲਾਕਾ ਬਹੁਤ ਵੱਡਾ ਇਲਾਕਾ ਹੈ, ਜਿੱਥੇ ਕਿ ਬਹੁਤ ਵੱਡੀ ਜੋ ਲੋਕ ਇੱਥੇ ਇੰਡਸਟਰੀ ਵੀ ਹੈ, ਕ੍ਰੈਸ਼ਰਸ ਵੀ ਹੈ, ਲੇਬਰ ਤਬਕਾ ਵੀ ਹੈ, ਜਿਨ੍ਹਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਇਸ ਲੈਬੋਰਟਰੀ ਦਾ, ਕਿਉਂਕਿ ਲੈਬੋਰਟਰੀ ਦੇ ਵਿੱਚ ਉਹ ਟੈਸਟ ਕੀਤੇ ਜਾ ਰਹੇ ਹੈ ਮਾਰਕੀਟ ਰੇਟ ਨਾਲੋਂ 10 ਤੇ 12% ਰੇਟਾਂ ਦੇ ਇੱਥੇ ਟੈਸਟ ਕੀਤੇ ਜਾ ਰਹੇ। ਬਹੁਤ ਵੱਡਾ ਉਪਰਾਲਾ ਹੈ। ECG ਸਿਰਫ 20 ਰੁਪਏ ਕੀਤੀ ਜਾ ਰਹੀ ਹੈ। ਮੈਨੂੰ ਇਸ ਗੱਲ ਦੀ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਇਲਾਕੇ ਨੂੰ ਬਹੁਤ ਫਾਇਦਾ ਹੋਏਗਾ ਇਹਦਾ। ਸੋ ਅਸੀਂ SP ਅਬਰਾਓ ਸਿੰਘ ਜੀ, ਸੋ ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਦੇ ਨਾਲ ਸੋ ਇੱਥੇ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ਸਾਹਿਬ ਵਿਖੇ ਸੋ ਲੈਬੋਰਟਰੀ ਖੋਲ੍ਹੀ ਹੈ, ਜਿਹਦਾ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਸੋ ਬਹੁਤ ਹੀ ਘੱਟ ਰੇਟ ਤੇ ਜਿਹੜੇ ਲੋਕਾਂ ਦੇ ਟੈਸਟ ਕੀਤੇ ਜਾਣਗੇ। ਸੋ ਸਭ ਸੰਗਤਾਂ ਨੂੰ ਇਸ ਦਾ ਸਰਬੱਤ ਦਾ ਭਲਾ ਜਿਹੜਾ ਟਰਸਟ ਹੈ ਇਹ ਵਧਾਈ ਦੇ ਪਾਤਰ ਹਨ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ, ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ਣ। ਅੱਜ ਪੰਜਾਬੀਆਂ ਦੀ ਸ਼ਾਨ ਹੈ SS ਓਬਰਾਏ ਸਾਹਿਬ ਉਹਨਾਂ ਵੱਲੋਂ ਜਿਹੜਾ ਇੱਕ ਲੈਬੋਰਟਰੀ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। 43ਵੀਂ ਲੈਬੋਰਟਰੀ ਭਰਤਗੜ੍ਹ ਸਾਹਿਬ ਵਿਖੇ ਅੱਜ ਖੋਲ੍ਹੀ ਗਈ ਹੈ। ਸਾਡੇ ਇਹਨਾਂ ਪਿੰਡਾਂ ਨੂੰ ਇਹ ਲੈਬੋਰਟਰੀ ਖੁੱਲ੍ਹਣ ਨਾਲ ਬਹੁਤ ਵੱਡਾ ਲਾਭ ਹੋਏਗਾ, ਕਿਉਂਕਿ ਹਰ ਗਰੀਬ ਆਦਮੀ ਅੱਜ ਦੇ ਜ਼ਮਾਨੇ 'ਚ ਮਹਿੰਗੇ ਟੈਸਟ ਨਹੀਂ ਕਰਾ ਸਕੇਗਾ। ਜਿੱਥੇ ਬੜਾ ਭਾਰਾ ਖਰਚਾ ਕਰਨਾ ਪੈਂਦਾ, ਉਹਦੇ ਮੁਕਾਬਲੇ 'ਚ ਇੱਥੇ ਸਿਰਫ 12-13% ਖਰਚਾ ਆਇਆ ਕਰੇਗਾ। ਔਰ ਲੈਬੋਰਟਰੀ ਦੇ ਜਿਹੜੇ ਨਤੀਜੇ ਹੈ ਉਹ ਵੀ ਬੜੇ ਤਸੱਲੀਜਨਕ ਹੈ, ਬਿਲਕੁਲ ਠੀਕ ਹੈ। ਸੋ ਮੈਂ ਆਪਣੀ ਵੱਲੋਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਓਬਰਾਏ ਸਾਹਿਬ ਦਾ। ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਅਸਥਾਨਾਂ ਦੇ ਰੱਖ ਰਖਾਅ ਅਤੇ ਸੇਵਾ ਸੰਭਾਲ ਲਈ ਕਾਇਮ ਪਾਕਿਸਤਾਨ ਐਵੈਕੂਏ ਟਰਸਟ ਪ੍ਰਾਪਰਟੀ ਬੋਰਡ ETPB ਵੱਲੋਂ ਕਰਤਾਰਪੁਰ ਲਾਂਘੇ ਲਈ ਸਥਾਪਿਤ ਕੀਤੇ ਗਏ ਪ੍ਰੋਜੈਕਟ ਮੈਨੇਜਮੈਂਟ ਯੂਨਿਟ PMU ਦੇ ਚੀਫ ਐਗਜ਼ੀਕਿਊਟਿਵ ਅਫਸਰ CEO ਮੁਹੰਮਦ ਲਤੀਫ ਨੇ ਕਿਹਾ ਕਿ ਗੁਰਦਾਸਪੁਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਸਿਰਫ ਗੁਰੂ ਨਾਨਕ ਦੇਵ ਜੀ ਦੇ ਖੇਤਾਂ 'ਚ ਲਗਾਈਆਂ ਗਈਆਂ ਸਬਜ਼ੀਆਂ ਤੇ ਦਾਲਾਂ ਹੀ ਪਕਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਲੰਗਰ 'ਚ ਬਣਾਏ ਜਾਣ ਵਾਲੇ ਕਣਕ ਅਤੇ ਮੱਕੀ ਦੇ ਪ੍ਰਸ਼ਾਦਿਆਂ ਲਈ ਫਸਲ ਵੀ ਗੁਰੂ ਸਾਹਿਬ ਦੇ ਖੇਤਾਂ 'ਚ ਲਗਾਈ ਜਾਵੇਗੀ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਦੇਣ ਲਈ ਅੰਬ,
ਸੰਤਰੇ, ਮੁਸੰਮੀਆਂ, ਅਮਰੂਦ ਆਦਿ ਦੇ ਪੌਦੇ ਵੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗੁਰੂ ਸਾਹਿਬ ਦੇ ਖੇਤਾਂ ਅਤੇ ਬਾਗ ਵਿੱਚ ਲਗਾਏ ਗਏ ਨੇ। CEO ਮੁਹੰਮਦ ਲਤੀਫ ਨੇ ਦੱਸਿਆ ਕਿ ਇਹ ਫੈਸਲਾ ਦੇਸ਼ ਵਿਦੇਸ਼ ਦੀ ਗੁਰੂ ਨਾਨਕ ਨਾਮ ਲੇਵਾ ਅਤੇ ਵਿਸ਼ੇਸ਼ ਤੌਰ ਤੇ ਸਿੱਖ ਸੰਗਤ ਦੀ ਸ਼ਰਧਾ ਤੇ ਆਸਥਾ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਾਰੋਵਾਲ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ 'ਚ ਰਹਿਤ ਮਰਿਆਦਾ ਬਣਾਏ ਰੱਖਣ, ਲੰਗਰ, ਸਾਫ਼ ਸਫਾਈ ਅਤੇ ਲਾਂਘੇ ਦੇ ਹੋਰਨਾਂ ਪ੍ਰਬੰਧਾਂ ਲਈ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ 4 ਰਾਗੀ ਤੇ ਕੀਰਤਨੀਏ, 6 ਗ੍ਰੰਥੀ ਸਿੰਘ, 5 ਪੁਰਸ਼ ਅਤੇ 1 ਔਰਤ, 6 ਪਾਠੀ ਸਿੰਘ, 5 ਪੁਰਸ਼ ਤੇ 1 ਔਰਤ, 15 ਸੇਵਾਦਾਰ, 12 ਪੁਰਸ਼, 2 ਔਰਤਾਂ ਤੇ 1 ਘੱਟ ਗਿਣਤੀ, 5 ਕੇਅਰ ਟੇਕਰ, 4 ਪੁਰਸ਼ ਅਤੇ 1 ਔਰਤ, 29 ਸੁਰੱਖਿਆ ਗਾਰਡ, 24 ਪੁਰਸ਼, 3 ਔਰਤਾਂ, 1 ਡਿਸੇਬਲ, 1 ਘੱਟ ਗਿਣਤੀ, 15 ਰਸੋਈਏ, ਲੰਗਰ ਵਰਤਾਉਣ ਵਾਲੇ ਮਸਾਲਚੀ, 12 ਪੁਰਸ਼, 2 ਔਰਤਾਂ, 1 ਘੱਟ ਗਿਣਤੀ ਸਮੇਤ 126 ਨਵੇਂ ਕਰਮਚਾਰੀਆਂ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤ ਕੀਤੇ ਜਾ ਰਹੇ ਕਰਮਚਾਰੀਆਂ ਅਤੇ ਅਹੁਦੇਦਾਰਾਂ 'ਚੋਂ ਸਿਰਫ ਰਾਗੀ, ਕੀਰਤਨੀਏ, ਗ੍ਰੰਥੀ ਸਿੰਘ, ਪਾਠੀ ਸਿੰਘ ਅਤੇ ਸੇਵਾਦਾਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਨਿਯੁਕਤੀ ਸਿੱਖ ਭਾਈਚਾਰੇ 'ਚੋਂ ਕੀਤੀ ਜਾ ਰਹੀ ਹੈ। ਬਾਕੀ ਸਭ ਅਹੁਦਿਆਂ ਤੇ ਨਿਯੁਕਤੀਆਂ ਪਾਕਿਸਤਾਨ ਦੇ ਮੁਸਲਿਮ ਭਾਈਚਾਰੇ 'ਚੋਂ ਕੀਤੀਆਂ ਜਾਣਗੀਆਂ। ਅਮਰੀਕੀ ਕਲਾਕਾਰ ਟ੍ਰੈਵਿਸ ਸਕਾਟ ਪਿਛਲੇ ਦਿਨੀ ਹਾਊਸਟਨ ਵਿੱਚ ਐਸਟਰੋਲ ਵਰਲਡ ਫੈਸਟੀਵਲ ਵਿੱਚ ਮਰਨ ਵਾਲੇ 8 ਲੋਕਾਂ ਦੀ ਫਿਊਨਰਲ ਲਈ ਭੁਗਤਾਨ ਕਰਨਗੇ ਅਤੇ ਇਸ ਦੁਖਾਂਤ ਦੁਆਰਾ ਪ੍ਰਭਾਵਿਤ ਲੋਕਾਂ ਨੂੰ ਮੁਫਤ ਮਾਨਸਿਕ ਸਿਹਤ ਦੇਖਭਾਲ ਅਤੇ ਵਾਧੂ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਸਕਾਟ ਦੀ ਪ੍ਰਬੰਧਨ ਟੀਮ ਦੁਆਰਾ ਸੋਮਵਾਰ ਨੂੰ ਕੀਤੀ ਗਈ। ਟ੍ਰੈਵਿਸ ਸਕਾਟ, ਜੋ ਕਿ ਇੱਕ ਰੈਪਰ ਹੈ, ਇਹਨਾਂ ਸੇਵਾਵਾਂ ਲਈ ਆਪਣੀ ਜੇਬ ਵਿੱਚੋਂ ਭੁਗਤਾਨ ਕਰੇਗਾ। ਸਕਾਟ ਨੂੰ ਉਸ ਦੇ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰੇ ਇਸ ਦੁਖਾਂਤ ਲਈ ਵਿਆਪਕ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਮਾਮਲੇ ਸੰਬੰਧੀ ਸਕਾਟ ਨੇ ਕਿਹਾ ਕਿ ਉਹ ਜੋ ਵਾਪਰਿਆ ਉਸ ਤੋਂ ਬਹੁਤ ਦੁਖੀ ਨੇ ਅਤੇ ਇਸ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਨੂੰ ਲਾਇਸੈਂਸ ਸ਼ੁਦਾ ਥੈਰੇਪਿਸਟ ਦੇ ਨਾਲ ਮੁਫਤ ਸੈਸ਼ਨ ਦੀ ਪੇਸ਼ਕਸ਼ ਕਰਨ ਲਈ ਅਤੇ ਹੋਰ ਸਹਾਇਤਾ ਲਈ ਆਪਣੀ ਵਚਨਬੱਧਤਾ ਨੂੰ ਲੈ ਰਹੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਆਪਣੇ ਹਲਕੇ ਦੇ ਸੰਸਦ ਮੈਂਬਰ ਵਜੋਂ ਲਗਾਤਾਰ 5ਵੀਂ ਵਾਰ ਸਹੁੰ ਚੁੱਕੀ। ਉਹ ਪਹਿਲੀ ਵਾਰ 2008 ਵਿੱਚ ਕਿਊਬਕ ਦੇ ਪਾਪੀਨੋ ਹਲਕੇ ਤੋਂ ਲਿਬਰਲ ਪਾਰਟੀ ਸੰਸਦ ਮੈਂਬਰ ਚੁਣੇ ਗਏ ਸਨ। 2015, 2019 ਅਤੇ 2021 ਵਿੱਚ ਸੰਸਦੀ ਚੋਣਾਂ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ ਰਹੇ ਨੇ। ਇਹ ਵੀ ਕਿ 2015 ਚ ਉਹ ਸੰਸਦ ਮੈਂਬਰ ਤੋਂ ਬਾਅਦ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਨ ਵਿੱਚ ਸਫਲ ਰਹੇ ਸਨ ਅਤੇ ਸ਼੍ਰੀ ਟਰੂਡੋ ਕਿਸੇ ਹੋਰ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ 'ਚ ਕਦੇ ਮੰਤਰੀ ਜਾਂ ਸੰਸਦੀ ਸਕੱਤਰ ਨਹੀਂ ਰਹੇ। ਸ਼੍ਰੀ ਟਰੂਡੋ ਨੇ ਇਸ ਮੌਕੇ ਤੇ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਪੀਨੋ ਹਲਕੇ ਦੀ ਸੰਸਦ ਵਿੱਚ ਨੁਮਾਇੰਦਗੀ ਕਰਦਿਆਂ ਉਹ ਮਾਣ ਮਹਿਸੂਸ ਕਰਦੇ ਨੇ। ਬੀਤੀ 20 ਸਤੰਬਰ ਨੂੰ ਕੈਨੇਡਾ 'ਚ ਹੋਈ 44ਵੀਂ ਸੰਸਦੀ ਚੋਣ ਤੋਂ ਬਾਅਦ ਜਿੱਤੇ ਸਾਰੇ 338 ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਇੰਨੀ ਦਿਨੀ ਪੜਾਅਵਾਰ ਰਾਜਧਾਨੀ ਓਟਾਵਾ ਵਿਖੇ ਸੰਸਦ ਭਵਨ ਵਿੱਚ ਹੁੰਦੇ ਨੇ। ਸੰਸਦ ਦਾ ਇਜਲਾਸ 22 ਨਵੰਬਰ ਨੂੰ ਸ਼ੁਰੂ ਹੋਵੇਗਾ। ਇਸੇ ਦੌਰਾਨ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਵੱਲੋਂ ਆਪਣੀ ਸ਼ੈਡੋ ਕੈਬਨਿਟਾਂ ਦਾ ਐਲਾਨ ਬੀਤੇ ਕੱਲ ਕੀਤਾ ਗਿਆ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਟਿਪ ਉੱਪਲ ਅਤੇ ਜਸਰਾਜ ਸਿੰਘ ਹੱਲਣ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸ਼ੈਡੋ ਕੈਬਨਿਟ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸਰਕਾਰ ਦੇ ਮੰਤਰੀਆਂ ਦੇ ਆਲੋਚਕਾਂ ਵਜੋਂ ਨਿਯੁਕਤ ਕੀਤਾ ਜਾਂਦਾ ਹੈ, ਪਰ ਉਹਨਾਂ ਆਲੋਚਕਾਂ ਨੂੰ ਇਸ ਕੰਮ ਵਾਸਤੇ ਤਨਖਾਹ ਜਾਂ ਭੱਤੇ ਨਹੀਂ ਮਿਲਦੇ। ਕੈਨੇਡਾ ਨੇ ਮੰਗਲਵਾਰ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ, ਜੋ ਕਿ ਫਾਈਜ਼ਰ ਅਤੇ ਬਾਇਓਨਟੈਕ ਦੁਆਰਾ ਸਹਿ ਵਿਕਸਿਤ ਕੀਤੀ ਗਈ ਹੈ। ਕੈਨੇਡੀਅਨ ਸਿਹਤ ਅਧਿਕਾਰੀਆਂ ਦੇ ਫੈਸਲੇ ਨਾਲ ਫਾਈਜ਼ਰ ਬਾਇਓਨਟੈਕ ਬੂਸਟਰ ਦੀ ਅਰਜ਼ੀ ਕੈਨੇਡਾ ਵਿੱਚ ਕਲੀਅਰੈਂਸ ਹਾਸਲ ਕਰਨ ਵਾਲੀ ਸਭ ਤੋਂ ਪਹਿਲੀ ਅਰਜ਼ੀ ਬਣ ਗਈ ਹੈ। ਹੈਲਥ ਕੈਨੇਡਾ ਮੁਤਾਬਿਕ ਬੂਸਟਰ ਉਹਨਾਂ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੇ ਘੱਟੋ-ਘੱਟ 6 ਮਹੀਨੇ ਪਹਿਲਾਂ 2 ਖੁਰਾਕਾਂ ਲਗਵਾਈਆਂ ਹੋਣ। ਹੈਲਥ ਕੈਨੇਡਾ ਨੇ ਇੱਕ ਟਵੀਟ ਵਿੱਚ ਕਿਹਾ, ਬੂਸਟਰ ਡੋਜ਼ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਨੇ। ਹੈਲਥ ਕੈਨੇਡਾ ਨੇ ਸਬੂਤਾਂ ਦੀ ਪੂਰੀ ਸੁਤੰਤਰ ਸਮੀਖਿਆ ਤੋਂ ਬਾਅਦ ਬੂਸਟਰ ਖੁਰਾਕ ਨੂੰ ਅਧਿਕਾਰਿਤ ਕੀਤਾ। ਪਿਛਲੇ ਮਹੀਨੇ ਟੀਕਾਕਰਨ ਤੇ ਰਾਸ਼ਟਰੀ ਸਲਾਹਕਾਰ ਕਮੇਟੀ NACI ਨੇ ਸਿਫਾਰਿਸ਼ ਕੀਤੀ ਸੀ ਕਿ ਇੱਕ ਕੋਵਿਡ ਵੈਕਸੀਨ ਬੂਸਟਰ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜੋ ਜ਼ੋਖਮ ਵਿੱਚ ਨੇ।
ਜਿਨ੍ਹਾਂ ਵਿੱਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸ਼ਾਮਿਲ ਨੇ, ਜਦਕਿ ਇਹ ਵੀ ਕਿਹਾ ਗਿਆ ਕਿ ਇਹ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਐਸਟਰਾਜੈਨੇਕਾ ਦੀਆਂ 2 ਖੁਰਾਕਾਂ ਲਗਵਾਈਆਂ ਹੋਣ। ਹੈਲਥ ਕੈਨੇਡਾ ਵੱਲੋਂ ਇਹ ਐਲਾਨ ਦੇਸ਼ ਵਿੱਚ ਕੋਵਿਡ ਸੰਕਰਮਣ ਵਿੱਚ ਮਾਮੂਲੀ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਆਇਆ ਹੈ। ਚੀਫ ਪਬਲਿਕ ਹੈਲਥ ਅਫਸਰ ਡਾਕਟਰ ਥੈਰੇਸਾ ਟੈਮ ਨੇ ਟਵੀਟ ਕੀਤਾ ਹੈ ਕਿ ਰਾਸ਼ਟਰੀ ਪੱਧਰ ਤੇ ਮਾਮਲਿਆਂ ਵਿੱਚ ਮਾਮੂਲੀ ਵਾਧਾ ਸੀ। ਪਿਛਲੇ ਹਫਤੇ ਦੇ ਮੁਕਾਬਲੇ ਰੋਜ਼ਾਨਾ ਕੇਸਾਂ ਦੀ 7 ਦਿਨਾਂ ਔਸਤ 4% ਸੀ। ਟੈਮ ਨੇ ਕਿਹਾ, ਹਾਲਾਂਕਿ ਇਹ ਅਚਾਨਕ ਨਹੀਂ ਕਿਉਂਕਿ ਹੋਰ ਗਤੀਵਿਧੀਆਂ ਘਰ ਦੇ ਅੰਦਰ ਚੱਲਦੀਆਂ ਨੇ। ਕੈਨੇਡਾ ਵਿੱਚ ਮੰਗਲਵਾਰ ਨੂੰ 2380 ਕੋਵਿਡ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਮਾਮਲੇ 17,37,399 ਹੋ ਗਏ। ਇਸ ਦੇ ਨਾਲ ਹੀ 24 ਮੌਤਾਂ ਵੀ ਦਰਜ ਕੀਤੀਆਂ ਗਈਆਂ, ਜਿਸ ਨਾਲ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 29,217 ਹੋ ਗਈ। ਕੋਵਿਡ ਟੀਕਾਕਰਨ ਲਈ ਯੋਗ ਵਿਅਕਤੀਆਂ ਵਿੱਚੋਂ 84% 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ, ਜੋ ਕਿ ਕੁੱਲ ਆਬਾਦੀ ਦਾ 74% ਨੇ। ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਅਮਰੀਕਾ, ਯੂਰਪ ਸਮੇਤ ਦੁਨੀਆ ਦੇ ਕਈ ਹਿੱਸਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਇਸ ਤਹਿਤ ਅਮਰੀਕਾ ਨੇ ਹੁਣ ਆਪਣੀ ਸਾਰੀ ਬਾਲਗ ਆਬਾਦੀ ਨੂੰ ਵੈਕਸੀਨ ਦੀ ਬੂਸਟਰ ਡੋਜ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। US ਵੈਕਸੀਨ ਕੰਪਨੀ ਫਾਈਜ਼ਰ ਨੇ ਮੰਗਲਵਾਰ ਨੂੰ US ਰੈਗੂਲੇਟਰਾਂ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨ ਦੀਆਂ ਬੂਸਟਰ ਖੁਰਾਕਾਂ ਦੀ ਆਗਿਆ ਦੇਣ ਲਈ ਕਿਹਾ ਹੈ। ਅਮਰੀਕਾ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਕਿਉਂਕਿ ਉੱਥੇ ਛੁੱਟੀਆਂ ਅਤੇ ਯਾਤਰਾ ਸ਼ੁਰੂ ਹੋਣ ਵਾਲੀ ਹੈ। ਅਜਿਹੇ 'ਚ ਲੋਕਾਂ ਦੀ ਵੱਧਦੀ ਭੀੜ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵੀ ਵੱਧ ਸਕਦਾ ਹੈ। ਇਸ ਦੇ ਮੱਦੇਨਜ਼ਰ ਅਮਰੀਕਾ ਨੇ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸਤੰਬਰ 'ਚ US 'ਚ ਬਜ਼ੁਰਗ ਲੋਕਾਂ ਅਤੇ ਖਾਸ ਤੌਰ ਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਨੂੰ, ਵਾਇਰਸ ਕਾਰਨ ਕਮਜ਼ੋਰ ਹੋਣ ਵਾਲੇ ਲੋਕਾਂ ਨੂੰ ਵੈਕਸੀਨ ਦੀਆਂ ਬੂਸਟਰ ਖੁਰਾਕਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਅਤੇ ਕਈ ਗੈਰ ਸਰਕਾਰੀ ਸੰਗਠਨਾਂ ਨੇ ਬੂਸਟਰ ਖੁਰਾਕਾਂ ਨੂੰ ਲਾਗੂ ਕਰਨ ਦੇ ਅਮਰੀਕੀ ਸਰਕਾਰ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਜਦੋਂ ਕਿ ਕਈ ਦੇਸ਼ਾਂ 'ਚ ਟੀਕਾਕਰਨ ਦੀ ਦਰ ਹਾਲੇ ਵੀ ਬਹੁਤ ਘੱਟ ਹੈ, ਅਮੀਰ ਦੇਸ਼ਾਂ ਨੇ ਬੂਸਟਰ ਖੁਰਾਕਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਗਰੀਬ ਦੇਸ਼ਾਂ ਲਈ ਵੈਕਸੀਨ ਦੇ ਉਪਲਬਧ ਹੋਣ ਦੀ ਸੰਭਾਵਨਾ ਹੋਰ ਘਟ ਗਈ ਹੈ। ਅਮਰੀਕੀ ਟੀਵੀ ਚੈਨਲ NBC ਦੀ ਇੱਕ ਰਿਪੋਰਟ ਅਨੁਸਾਰ ਯੂਰਪ ਟੀਕਾਕਰਨ ਦੇ ਮਾਮਲੇ 'ਚ ਅਮਰੀਕਾ ਤੋਂ ਬਹੁਤ ਪਿੱਛੇ ਹੈ। ਅਮਰੀਕਾ ਦੀ ਕੁੱਲ ਆਬਾਦੀ ਦਾ 67% ਅਜਿਹਾ ਹੈ ਜਿਨ੍ਹਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ। ਯੂਰਪ ਵਿੱਚ ਸਭ ਤੋਂ ਵੱਧ ਦਰ ਪੁਰਤਗਾਲ ਵਿੱਚ ਹੈ, ਜਿੱਥੇ 87% ਆਬਾਦੀ ਨੇ ਖੁਰਾਕ ਲਈ ਹੈ। ਹੁਣ ਸੰਭਾਵਨਾ ਇਹ ਹੈ ਕਿ ਯੂਰਪ ਦੇ ਕਈ ਦੇਸ਼ ਵੀ ਬੂਸਟਰ ਡੋਜ਼ ਲਗਵਾਉਣ ਦੀ ਮੁਹਿੰਮ ਤੇਜ਼ ਕਰਨਗੇ। ਇਸ ਦੌਰਾਨ ਚੁਣੌਤੀ ਬਣੀ ਹੋਈ ਹੈ ਕਿ ਯੂਰਪੀਅਨ ਦੇਸ਼ਾਂ ਵਿੱਚ ਸਥਿਤੀ ਨੂੰ ਕਿਵੇਂ ਸੁਧਾਰਿਆ ਜਾਵੇ, ਜਿਨ੍ਹਾਂ ਵਿੱਚ ਟੀਕਾਕਰਨ ਦੀ ਦਰ ਘੱਟ ਹੈ। ਸਪੇਸ ਐਕਸ ਨੇ 4 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਹੈ। ਖਰਾਬ ਮੌਸਮ ਸਮੇਤ ਕਈ ਕਾਰਨਾਂ ਕਰਕੇ ਲੰਮੀ ਦੇਰੀ ਤੋਂ ਬਾਅਦ ਆਖਿਰਕਾਰ ਬੁੱਧਵਾਰ ਨੂੰ ਸਪੇਸ ਐਕਸ ਦਾ ਰਾਕੇਟ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਇਆ। 2 ਦਿਨ ਪਹਿਲਾਂ ਹੀ ਸਪੇਸ ਐਕਸ ਪੁਲਾੜ ਗੱਡੀ ਤੋਂ 4 ਹੋਰ ਪੁਲਾੜ ਯਾਤਰੀਆਂ ਨਾਲ ਧਰਤੀ ਤੇ ਵਾਪਸ ਪਰਤਿਆ ਸੀ। ਇਸ ਕ੍ਰਿਊ ਦੇ ਧਰਤੀ ਦਾ ਪੰਧ ਪਾਰ ਕਰਦੇ ਹੀ 60 ਸਾਲਾਂ ਦੇ ਇਤਿਹਾਸ ਵਿੱਚ 600 ਲੋਕਾਂ ਦੇ ਪੁਲਾੜ ਵਿੱਚ ਜਾਣ ਦਾ ਰਿਕਾਰਡ ਬਣਿਆ ਹੈ। ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨਾਸਾ ਨੇ ਕਿਹਾ ਕਿ ਬੁੱਧਵਾਰ ਨੂੰ ਪੁਲਾੜ ਲਈ ਰਵਾਨਾ ਹੋਣ ਵਾਲੇ 4 ਲੋਕਾਂ ਵਿੱਚ ਜਰਮਨੀ ਦੇ ਮੈਥਿਹਾਸ ਮੋਰੇਰ ਵੀ ਸ਼ਾਮਿਲ ਨੇ, ਜਿਨ੍ਹਾਂ ਨੂੰ ਪੁਲਾੜ ਵਿੱਚ ਜਾਣ ਵਾਲਾ 600ਵਾਂ ਵਿਅਕਤੀ ਦੱਸਿਆ ਗਿਆ ਹੈ। ਉਹਨਾਂ ਨੂੰ ਅਤੇ ਨਾਸਾ ਦੇ 3 ਹੋਰ ਪੁਲਾੜ ਯਾਤਰੀਆਂ ਨੂੰ 24 ਘੰਟਿਆਂ ਵਿੱਚ ਪੁਲਾੜ ਸਟੇਸ਼ਨ ਤੱਕ ਪਹੁੰਚ ਜਾਣਾ ਚਾਹੀਦਾ ਹੈ। ਖਰਾਬ ਮੌਸਮ ਕਾਰਨ ਰਾਕੇਟ ਨੇ ਕਾਫੀ ਦੇਰ ਬਾਅਦ ਉਡਾਨ ਭਰੀ। ਬੁੱਧਵਾਰ ਰਾਤ ਨੂੰ ਬਾਰਿਸ਼ ਦੇ ਵਿਚਕਾਰ 4 ਪੁਲਾੜ ਯਾਤਰੀਆਂ ਨੇ ਆਪਣੇ ਪਰਿਵਾਰਾਂ ਨੂੰ ਅਲਵਿਦਾ ਕਿਹਾ। ਮੌਸਮ ਵਿਗਿਆਨੀਆਂ ਨੇ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਸ ਵਿੱਚ ਸੁਧਾਰ ਹੋਇਆ ਹੈ। ਗੌਰਤਲਬ ਹੈ ਕਿ ਨਾਸਾ ਦੇ ਪੁਲਾੜ ਯਾਤਰੀ ਸੇਨ ਕਿਮਬੋਰੇ ਅਤੇ ਮੇਗਨ ਮੈਕਆਰਥਰ ਜਾਪਾਨ ਦੇ ਆਕਿਹੀਤੋ ਹੋਸ਼ੀਡੇ ਅਤੇ ਫਰਾਂਸ ਦੇ ਥਾਮਸ ਪੇਸਕੇਟ 2 ਦਿਨ ਪਹਿਲਾਂ ਸਪੇਸ ਐਕਸ ਕੈਪਸੂਲ ਤੋਂ ਧਰਤੀ ਤੇ ਵਾਪਸ ਆਏ ਨੇ। ਉਹ ਪੁਲਾੜ ਸਟੇਸ਼ਨ ਵਿੱਚ 200 ਦਿਨ ਬਿਤਾਉਣ ਤੋਂ ਬਾਅਦ ਵਾਪਸ ਪਰਤੇ ਨੇ। ਕੋਵਿਡ-19 ਟੀਕਾਕਰਨ ਪੂਰੀ ਦੁਨੀਆ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਨੂੰ ਰੋਕਣ ਦਾ ਇਹ ਇੱਕੋ ਇੱਕ ਤਰੀਕਾ ਹੈ। ਹਾਲਾਂਕਿ ਕੁਝ ਲੋਕ ਅਜੇ ਵੀ ਇਹ ਟੀਕਾ ਲਗਵਾਉਣ ਤੋਂ ਡਰਦੇ ਨੇ ਅਤੇ ਇਸੇ ਲਈ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਕੁਝ ਆਕਰਸ਼ਕ ਆਫਰਸ ਦੀ ਪੇਸ਼ਕਸ਼ ਕਰ ਰਹੇ ਨੇ। ਹਾਲ ਹੀ 'ਚ ਆਸਟ੍ਰੇਲੀਆ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟੀਕਾ ਲਗਵਾਉਣ ਨਾਲ ਇੱਕ ਔਰਤ ਦੀ ਕਿਸਮਤ ਹੀ ਬਦਲ ਗਈ। ਉਹ ਕੋਰੋਨਾ ਵਾਇਰਸ ਦਾ ਟੀਕਾ ਲਗਵਾ ਕੇ ਕਰੋੜਪਤੀ ਬਣ ਗਈ ਹੈ।
ਦੀ ਆਸਟ੍ਰੇਲੀਅਨ 'ਚ ਛਪੀ ਇੱਕ ਰਿਪੋਰਟ ਮੁਤਾਬਿਕ ਆਸਟ੍ਰੇਲੀਆ 'ਚ ਇਨ੍ਹਾਂ ਦਿਨੀ 'ਚ $1 ਮਿਲੀਅਨ ਵੈਕਸ ਕੈਂਪੇਨ ਚੱਲ ਰਹੀ ਹੈ, ਜਿਸ 'ਚ ਜੋਆਨ ਚੂ ਨਾਂ ਦੀ ਔਰਤ ਨੇ $1 ਮਿਲੀਅਨ ਦੀ ਲੋਟਰੀ ਜਿੱਤੀ ਹੈ। ਭਾਰਤੀ ਕਰੰਸੀ 'ਚ ਇਹ ਲਗਭਗ 7.4 ਕਰੋੜ ਰੁਪਏ ਹੈ। ਜੋਆਨ ਉਹਨਾਂ ਲੱਖਾਂ ਆਸਟ੍ਰੇਲੀਅਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਰਕਾਰ ਦੀ ਬੇਨਤੀ ਤੇ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ ਅਤੇ ਲੱਕੀ ਡਰਾਅ ਵਿੱਚ ਕਰੋੜਪਤੀ ਬਣ ਗਈ। ਜੋਆਨ ਨੇ ਇਹ ਅਵਾਰਡ ਨਾ ਸਿਰਫ ਆਸਟ੍ਰੇਲੀਆ ਸਰਕਾਰ ਸਗੋਂ ਉੱਥੋਂ ਦੀਆਂ ਕਈ ਸਮਾਜ ਸੇਵੀ ਅਤੇ ਚੈਰੀਟੇਬਲ ਸੰਸਥਾਵਾਂ ਵੱਲੋਂ ਵੀ ਦਿੱਤਾ ਗਿਆ। ਉੱਥੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਜਾਗਰੂਕ ਕਰਨ ਲਈ ਵੱਡੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਦੀ $1 ਮਿਲੀਅਨ ਵੈਕਸ ਅਲਾਇੰਸ ਦੀ ਇਸ ਮੁਹਿੰਮ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਪੰਜਾਬ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਦਾ ਮਖੌਲ ਨਾ ਉਡਾਵੇ ਅਤੇ ਉਹਨਾਂ ਦੇ ਮਾਣ ਅਤੇ ਦਰਜੇ ਨੂੰ ਨਾ ਘਟਾਵੇ। ਇਹ ਗੱਲ ਲਿਖਦਿਆਂ ਐਡਵੋਕੇਟ ਮੁਕੇਸ਼ ਬੇਰੀ ਨੇ ਵਧੀਕ ਐਡਵੋਕੇਟ ਜਨਰਲ ਪੰਜਾਬ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇੱਕ ਪੰਨੇ ਦਾ ਅਸਤੀਫਾ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਅਮਰਪ੍ਰੀਤ ਸਿੰਘ ਦਿਓਲ ਦੇ ਅਸਤੀਫੇ ਨੂੰ ਸਵੀਕਾਰ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਵਧੀਕ ਐਡਵੋਕੇਟ ਜਨਰਲ ਪੰਜਾਬ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ। ਬੇਰੀ 27 ਸਾਲਾਂ ਤੱਕ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੇ ਚੁਣੇ ਹੋਏ ਨੁਮਾਇੰਦੇ ਰਹਿ ਚੁੱਕੇ ਨੇ ਅਤੇ ਇਸ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਪਿਛਲੇ 28 ਸਾਲਾਂ ਤੋਂ ਪੰਜਾਬ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਲਾਅ ਅਫਸਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹਨਾਂ ਨੇ ਇਹ ਅਸਤੀਫਾ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ IAS ਨੂੰ ਭੇਜਿਆ ਹੈ। ਇੱਕ ਫੋਰੈਂਸਿਕ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਹੋਰਾਂ ਕੋਲੋਂ ਲਖੀਮਪੁਰ ਹਿੰਸਾ ਮਗਰੋਂ ਜਿਹੜੇ ਹਥਿਆਰ ਮਿਲੇ ਸਨ, ਉਹਨਾਂ 'ਚੋਂ ਗੋਲੀਆਂ ਚਲਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਆਸ਼ੀਸ਼ ਨੇ ਗੋਲੀ ਚਲਾਈ ਸੀ। ਫੋਰੈਂਸਿਕ ਸਾਇੰਸ ਲੈਬੋਰੇਟਰੀ ਨੇ ਭਾਵੇਂ ਪੁਸ਼ਟੀ ਕਰ ਦਿੱਤੀ ਹੈ ਕਿ ਹਥਿਆਰਾਂ ਵਿੱਚੋਂ ਗੋਲੀ ਚੱਲੀ ਸੀ, ਪਰ ਇਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਕਿ ਗੋਲੀ ਹਿੰਸਾ ਵਾਲੇ ਦਿਨ ਹੀ ਚੱਲੀ ਸੀ ਜਾਂ ਕਿਸੇ ਹੋਰ ਦਿਨ। 3 ਅਕਤੂਬਰ ਨੂੰ ਹੋਈ ਹਿੰਸਾ ਵਿੱਚ 8 ਲੋਕ ਮਾਰੇ ਗਏ ਸਨ। 4 ਇਨ੍ਹਾਂ ਵਿੱਚੋਂ ਕਿਸਾਨ ਸਨ ਜਿਨ੍ਹਾਂ ਉੱਤੇ ਕਥਿਤ ਤੌਰ ਤੇ ਭਾਜਪਾ ਵਰਕਰਾਂ ਨੇ ਗੱਡੀ ਚੜਾਈ ਸੀ। ਮਗਰੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਵਾਹਨਾਂ 'ਚ ਸਵਾਰ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਹਨਾਂ 'ਚੋਂ ਕਈਆਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 2 ਭਾਜਪਾ ਵਰਕਰ ਤੇ ਇੱਕ ਡਰਾਈਵਰ ਸੀ। ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਆਸ਼ੀਸ਼ ਮਿਸ਼ਰਾ ਉਰਫ ਮੋਨੂ ਮਿਸ਼ਰਾ ਦੀ ਇੱਕ ਰਾਈਫਲ ਸਣੇ 4 ਹਥਿਆਰ ਪੁਲਿਸ ਨੇ ਜ਼ਬਤ ਕੀਤੇ ਸਨ। ਇੱਕ ਪਿਸਤੌਲ ਅੰਕਿਤ ਦਾਸ ਦਾ ਸੀ ਜੋ ਕਿ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦਾ ਭਤੀਜਾ ਹੈ। ਇੱਕ ਹੋਰ ਰਿਪੀਟਰ ਗਨ ਦਾਸ ਦੇ ਬਾਡੀਗਾਰਡ ਲਤੀਫ ਕਾਲੇ ਕੋਲੋਂ ਮਿਲੀ ਸੀ। ਚੌਥੇ ਹਥਿਆਰ ਜੋ ਕਿ ਇੱਕ ਰਿਵਾਲਵਰ ਹੈ ਦੀ ਰਿਪੋਰਟ ਅਜੇ ਆਉਣੀ ਹੈ। ਇਹ ਰਿਵਾਲਵਰ ਦਾਸ ਦੇ ਸਾਥੀ ਸਤਿਆ ਪ੍ਰਕਾਸ਼ ਕੋਲ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 4 ਹਥਿਆਰ ਲੈਬ ਵਿੱਚ ਬੈਲਿਸਟਿਕ ਜਾਂਚ ਲਈ ਭੇਜੇ ਗਏ ਹਨ। ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ, ਪਰ ਇਹ ਰਿਪੋਰਟ ਵਿੱਚ ਨਹੀਂ ਹੈ ਕਿ ਗੋਲੀ ਕਦੋਂ ਚੱਲੀ। ਵਿਸ਼ੇਸ਼ ਜਾਂਚ ਟੀਮ ਨੇ ਹਾਲੇ ਲੈਬ ਰਿਪੋਰਟ ਉੱਤੇ ਕੋਈ ਅਧਿਕਾਰਿਤ ਪ੍ਰਤੀਕਿਰਿਆ ਨਹੀਂ ਦਿੱਤੀ। ਸਿਟ ਨੇ ਹੀ ਇਹ ਹਥਿਆਰ ਬਰਾਮਦ ਕਰਕੇ ਲੈਬ ਜਾਂਚ ਲਈ ਭੇਜੇ ਸਨ। ਜਗਜੀਤ ਸਿੰਘ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਜਿਹੜੀ FIR ਦਰਜ ਕੀਤੀ ਸੀ, ਉਸ ਵਿੱਚ ਕਿਹਾ ਗਿਆ ਕਿ ਪੂਰੇ ਘਟਨਾਕ੍ਰਮ ਦੀ ਯੋਜਨਾ ਅਗਾਊਂ ਬਣਾਈ ਗਈ ਸੀ ਤੇ ਮੰਤਰੀ ਅਤੇ ਉਸ ਦੇ ਪੁੱਤਰ ਨੇ ਸਾਜ਼ਿਸ਼ ਘੜੀ। FIR ਮੁਤਾਬਿਕ ਕਿਸਾਨ 3 ਅਕਤੂਬਰ ਨੂੰ ਆਸ਼ੀਸ਼ ਮਿਸ਼ਰਾ ਤੇ UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ ਤੇ ਰੋਜ਼ ਮੁਜ਼ਾਹਰਾ ਸ਼ਾਂਤੀਪੂਰਨ ਸੀ। ਦੁਪਹਿਰ ਬਾਅਦ ਕਰੀਬ 3 ਵਜੇ ਆਸ਼ੀਸ਼ ਆਪਣੇ 15-20 ਹਥਿਆਰਾਂ ਨਾਲ ਲੈਸ ਬੰਦਿਆਂ ਨੂੰ ਲੈ ਕੇ ਪੁੱਜਾ। ਉਹ 3 ਤੇਜ਼ ਰਫ਼ਤਾਰ ਗੱਡੀਆਂ ਵਿੱਚ ਆਏ ਤੇ ਕਿਸਾਨਾਂ ਨੂੰ ਦਰੜਿਆ। ਆਸ਼ੀਸ਼ ਜੋ ਕਿ ਥਾਰ ਜੀਪ ਦੀ ਖੱਬੀ ਸੀਟ ਉੱਤੇ ਬੈਠਾ ਸੀ ਨੇ ਇਸ ਦੌਰਾਨ ਗੋਲੀ ਵੀ ਚਲਾਈ। FIR ਮੁਤਾਬਿਕ ਆਸ਼ੀਸ਼ ਦੀ ਗੋਲੀ ਨਾਲ ਕਿਸਾਨ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਗੁਰਵਿੰਦਰ ਦੇ 2 ਵਾਰ ਕੀਤੇ ਗਏ ਪੋਸਟਮਾਰਟਮ ਵਿੱਚ ਗੋਲੀ ਨਾ ਲੱਗਣ ਦੀ ਰਿਪੋਰਟ ਹੀ ਦਿੱਤੀ ਗਈ। ਕੇਂਦਰ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਉਹ ਉਹਨਾਂ ਦੇ ਦਬਾਅ ਵਿੱਚ ਸਿਰਫ ਇਸ ਲਈ ਨਹੀਂ ਝੁਕੇਗਾ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ 5 ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਨੇ। ਕੇਂਦਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਕਿ ਉਹ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਕਿਸਾਨ ਭਾਈਚਾਰੇ ਦੇ ਕਲਿਆਣ ਲਈ ਜਿੱਥੋਂ ਤੱਕ ਸੰਭਵ ਹੋ ਸਕੇਗਾ ਯਤਨ ਕਰੇਗਾ, ਪਰ ਕੈਪਟਨ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਕੇਂਦਰ 3 ਖੇਤੀਬਾੜੀ ਕਾਨੂੰਨਾਂ ਵਿੱਚ ਸਿਰਫ ਇਸ ਲਈ ਸੋਧ ਕਰੇਗਾ ਕਿ ਉਹਨਾਂ ਨੂੰ ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਕਰਨਾ ਹੈ। ਦਿੱਲੀ ਦੀਆਂ ਹੱਦਾਂ ਤੇ ਪਿਛਲੇ ਲਗਭਗ 1 ਸਾਲ ਤੋਂ ਧਰਨੇ ਤੇ ਬੈਠੇ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਸਖਤ ਰੁਖ
अपनाउण दा ਇਹ ਸਪਸ਼ਟ ਸੰਕੇਤ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੁਝ ਦਿਨ ਪਹਿਲਾਂ ਹੀ ਇਹ ਮੰਨਿਆ ਸੀ ਕਿ ਕੇਂਦਰ ਨੇ ਕਿਸਾਨਾਂ ਨਾਲ ਕਈ ਪੜਾਵਾਂ ਵਿੱਚ ਗੱਲਬਾਤ ਕੀਤੀ ਅਤੇ ਉਹਨਾਂ ਨਾਲ ਇੱਕ ਵਾਰ ਮੁੜ ਗੱਲਬਾਤ ਕਰਨ ਲਈ ਤਿਆਰ ਹੈ, ਪਰ 3 ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੋਮਰ ਨੇ ਕਿਹਾ ਸੀ ਕਿ ਅਸੀਂ ਸੁਪਰੀਮ ਕੋਰਟ ਵੱਲੋਂ ਜਾਂ ਗੱਲਬਾਤ ਰਾਹੀਂ ਹੱਲ ਲੱਭਣ ਤੱਕ 3 ਕਾਨੂੰਨਾਂ ਨੂੰ 18 ਮਹੀਨਿਆਂ ਲਈ ਟਾਲ ਦਿੱਤਾ ਹੈ, ਪਰ ਕਿਸਾਨਾਂ ਵੱਲੋਂ ਕੋਈ ਠੋਸ ਪ੍ਰਸਤਾਵ ਨਹੀਂ ਭੇਜਿਆ ਗਿਆ। ਸੱਤਾਧਾਰੀ ਭਾਜਪਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਗੱਠਜੋੜ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ ਅਤੇ ਕੌਮੀ ਏਕਤਾ ਦੀ ਰਾਖੀ ਲਈ ਹੈ। ਇਸ ਦਾ ਅਰਥ ਇਹ ਨਹੀਂ ਕਿ 3 ਖੇਤੀਬਾੜੀ ਕਾਨੂੰਨ ਖਤਮ ਕਰ ਦਿੱਤੇ ਜਾਣਗੇ। ਪੰਜਾਬ ਨੂੰ ਸੰਭਾਲਣ ਲਈ ਇੱਕ ਸੀਨੀਅਰ ਭਾਜਪਾ ਨੇਤਾ ਨੇ ਕਿਹਾ ਕਿ ਪਾਰਟੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਠਜੋੜ ਕਰੇਗੀ। ਜੇ ਕੈਪਟਨ ਆਪਣੇ ਨਾਲ ਕਿਸਾਨਾਂ ਦੇ ਵਫਦ ਨੂੰ ਗੱਲਬਾਤ ਲਈ ਲਿਆਉਂਦੇ ਨੇ ਤਾਂ ਕੇਂਦਰ ਯਕੀਨੀ ਤੌਰ ਤੇ ਉਹਨਾਂ ਨਾਲ ਗੱਲਬਾਤ ਕਰੇਗਾ, ਪਰ ਨਾ ਗੱਠਜੋੜ ਅਤੇ ਨਾ ਹੀ ਗੱਲਬਾਤ 3 ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਕੋਈ ਆਧਾਰ ਬਣੇਗੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।